बाणी गुरु गुरु है बाणी, विच बाणी अमृत सारे। गुर बाणी कह सेवक जन मानै, पर तख गुरु निस्तारे। एह तन माया पाया प्यारे, लीतड़ा लब रंगाए। मेरा कंत ना भावै चोलड़ा प्यारे, क्यों तन सेजै जाए। हाँ कुर्बान जाऊँ मेहरबाना, हाँ कुर्बान जाऊँ, हाँ कुर्बान जाऊँ तिना कह लैन जो तेरा नाम। लैन जो तेरा नाम तिना कह, हाँ सद कुर्बान जाऊँ रहाऊ। काया रंगण जेथिया प्यारे, पाइया नाव मजीठ। रंगण वाला जे रंग साहिब, ऐसा रंग न डीठ। जिनके चोले रंदड़े प्यारे, कंत तिना कै पास। तोड़ तिना की जे मिलै जी, कहो नानक की अरदास। आपे साजे आपे रंगे, आपे नदर करे। नानक कामन कंतै भावै, आपे ही रावे। आपे साजे आपे रंगे, आपे नदर करे। नानक कामन कंतै भावै, आपे ही रावे। परम सत्कारयोग चवर छत्र दे मालक धन साहिब श्री गुरु ग्रंथ साहिब जी के पावन हजूरी विच जुड़ बैठे गुरु रूप गुरु प्यारी साध संगत जी, वड्डे भागां वाले हाँ आपां सारे सतगुरां दे चरनां विच जुड़ बैठे हो। इलाही बाणी दे आप जी ने कीर्तन सरवण कीते ने। मेरे सत्कारयोग वीर जोरावर सिंह जी आप जी नूं इलाही बाणी कीर्तन दे नाल जोड़ रहे सन। होला महला खालसा दे चढ़ती कला का प्रतीक, जिस दिहाड़े नूं मुख रखदियां आप जी सतगुरां दे चरनां विच जुड़ बैठे हो। सतगुरां ने समा बख्शिश कीता है, कुछ समय लई आपां गुरमत विचारां दे नाल जुड़ सकीए। एक पासे होली, दूसरे पासे होला महला महला चाढ़ना, जिथे सानू गुरु साहब गुरु गोबिंद सिंह जी ने होले महले दे नाल जोड़िया है। उत्थे जदों असी होली की गल करते हाँ तो होली भी एक ऐसा प्रतीक सी जो सानू सच की समझ दिंदा सी। हालांकि ये एक वर्ण वंड के आधार पर त्यौहार मनाया गया है। जिस तरह हिंदुस्तान दे विच 4 वर्ण मन्ने गए ने, खत्री ब्राह्मण शूद वैश्य। ये 4 वर्णा के अलग अलग ढंग के नाल इन्हां दे कर्म सन। जे किधर जनेऊ धारण भी करना है तो ब्राह्मण ने 3 धागियां वाला, खत्री ने 2 धागे वाला अते वैश्य ने 1 धागे वाला, अते शूदर नूं हक नहीं सी।
ਇਸੇ ਤਰ੍ਹਾਂ ਹੀ ਇਹਨਾਂ ਦੇ ਤਿਉਹਾਰ ਵੀ ਵੱਖ-ਵੱਖ ਸਨ। ਬ੍ਰਾਹਮਣ ਦਾ ਤਿਉਹਾਰ ਸੀ ਵਿਸਾਖੀ, ਖੱਤਰੀਆਂ ਦਾ ਤਿਉਹਾਰ ਮੰਨਿਆ ਗਿਆ ਦਸ਼ਹਿਰਾ, ਅਤੇ ਜਿਹੜੇ ਵੈਸ਼ ਸਨ ਦੁਕਾਨਦਾਰੀ ਕਰਨ ਵਾਲੇ ਉਹਨਾਂ ਦਾ ਤਿਉਹਾਰ ਉਹਨਾਂ ਨੂੰ ਦੇ ਦਿੱਤਾ ਗਿਆ ਦੀਵਾਲੀ, ਤੇ ਹੋਲੀ ਦਾ ਤਿਉਹਾਰ ਸ਼ੂਦਰਾਂ ਨੂੰ ਦੇ ਦਿੱਤਾ ਗਿਆ। ਸ਼ੂਦਰ ਨੀਵੀਂ ਜਾਤ ਕਰਕੇ ਇਹ ਤਿਉਹਾਰ ਮਨਾਇਆ ਜਾਂਦਾ ਸੀ, ਤੇ ਇਹ ਵੈਸੇ ਇੱਕ ਸੱਚ ਦਾ ਪ੍ਰਤੀਕ ਸੀ, ਪਰ ਕਿਉਂਕਿ ਨੀਵੀਂ ਜਾਤ ਕਰਕੇ ਨੀਵੀਂ ਜਾਤ ਵਾਲਿਆਂ ਨੂੰ ਪੜ੍ਹਨ ਦਾ ਹੱਕ ਨਹੀਂ ਸੀ। ਭਾਵੇਂ ਜਿੰਨਾ ਵੀ ਸਿਆਣਾ ਹੋਵੇ ਸ਼ੂਦਰ, ਉਹਨੂੰ ਧਾਰਮਿਕ ਗ੍ਰੰਥ ਪੜ੍ਹਨ ਦਾ ਕੋਈ ਹੱਕ ਨਹੀਂ ਸੀ। ਜਿਹੜਾ ਬ੍ਰਾਹਮਣ ਸੀ ਉਹ ਭਾਵੇਂ ਵਿਚਾਰਾ ਕਰਕੇ ਬਹੁਤ ਹੀ ਨੀਵੇਂ ਦਰਜੇ ਦਾ ਹੋਵੇ, ਫਿਰ ਵੀ ਉਸ ਨੂੰ ਰੱਬ ਰੂਪ ਕਰਕੇ ਪੂਜਿਆ ਜਾਂਦਾ ਸੀ ਹੋਰ ਜਾਤਾਂ ਵੱਲੋਂ, ਹੋਰ ਪਰਿਵਾਰਾਂ ਵੱਲੋਂ। ਤੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਸ ਵਰਣ ਵੰਡ ਨੂੰ ਨਾ ਕਰਦੇ ਹੋਏ, ਇਸ ਦਾ ਵਿਰੋਧ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ ਵੀ ਸਾਰਿਆਂ ਵਿੱਚ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਜੋਤ ਹੈ, ਸਭ ਵਿੱਚ ਉਹ ਪ੍ਰਭੂ ਪਰਮਾਤਮਾ ਵਸ ਰਿਹਾ ਹੈ। ਇਸ ਕਰਕੇ ਕੋਈ ਉੱਚਾ ਨਹੀਂ ਹੈ, ਕੋਈ ਨੀਵਾਂ ਨਹੀਂ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਹੋਲੀ ਖੇਡਣ ਤੋਂ ਮਨਾਹੀ ਨਹੀਂ ਹੈ, ਹੋਲੀ ਤੁਸੀਂ ਖੇਡੋ, ਪਰ ਹੋਲੀ ਕਿਹੜੀ ਹੈ? ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਵੀ ਹੋਲੀ ਜੇ ਖੇਡਣੀ ਹੈ ਤੇ ਉਹ ਸਤ ਸੰਗਤ ਵਿੱਚ ਚੰਗੇ ਵਿਚਾਰਾਂ ਦੇ ਨਾਲ ਜੁੜ ਕੇ ਹੋਲੀ ਖੇਡੀ ਜਾਏ। ਜਿਸ ਤਰ੍ਹਾਂ ਆਪ ਜੀ ਸਤ ਸੰਗਤ ਵਿੱਚ ਬੈਠੇ ਹੋ, ਭਾਈ ਸਾਹਿਬ ਜੀ ਹੁਣੇ ਕਹਿ ਰਹੇ ਸਨ ਆਪ ਜੀ ਨੂੰ ਇੱਕ ਕੱਚਾ ਰੰਗ ਹੈ, ਤੇ ਕੱਚਾ ਰੰਗ ਜਿਹੜਾ ਹੈ ਹੁਣੇ ਲੱਗਣਾ ਹੈ, ਸ਼ਾਮ ਤੱਕ ਉਤਰ ਜਾਣਾ ਹੈ। ਜੋ ਥੋੜਾ ਬਹੁਤ ਪੱਕਾ ਵੀ ਹੋਇਆ ਤੇ 2 ਦਿਨਾਂ ਬਾਅਦ ਸਾਬਣ ਨਾਲ ਉਤਰ ਜਾਣਾ ਹੈ। ਪਰ ਲਾਲ ਰੰਗ ਨਾਮ ਰੰਗ ਜਿਸ ਨੂੰ ਚੜ੍ਹ ਗਿਆ, ਸਤਿਗੁਰੂ ਕਹਿੰਦੇ ਨੇ ਫਿਰ ਉਹ ਰੰਗ ਕਦੀ ਉਤਰਨ ਵਾਲਾ ਨਹੀਂ ਹੈ, ਉਹ ਰੰਗ ਸਦੀਵੀ ਹੈ, ਸਦਾ ਰਹਿਣ ਵਾਲਾ ਹੈ। ਤੇ ਇੱਕ ਸਰੂਰ ਨਸ਼ਾ ਐਸਾ ਹੈ ਜਿਹੜਾ ਹੋਲੀ ਦੀ ਰਾਤ ਨੂੰ ਅੱਜ ਕਈਆਂ ਨੇ, ਕਈ ਹੁਣ ਵੀ ਲੱਗੇ ਹੋਣਗੇ, ਪਰ ਕਈਆਂ ਨੇ ਰਾਤ ਦੇ ਸਮੇਂ ਇਸ ਨਸ਼ੇ ਨੂੰ ਪੀਣਾ ਹੈ, ਤੇ ਸਵੇਰ ਤੱਕ ਹੁੰਦੇ ਉਹ ਨਸ਼ਾ ਜਿਹੜਾ ਹੈ ਉਹ ਮੁੱਕ ਜਾਣਾ ਹੈ। ਜੇ ਉਹ ਨਸ਼ਾ ਸਵੇਰ ਤੱਕ ਮੁੱਕਦਾ ਹੈ ਤੇ ਸਵੇਰ ਮੁੱਕਣ ਤੱਕ ਉਹਨੇ ਰਾਤ ਤੱਕ ਪਤਾ ਨਹੀਂ ਕਿੰਨੇ ਕੁ ਖਿਲਾਰੇ ਪਾ ਦੇਣੇ ਨੇ। ਕਈ ਐਸੇ ਨੇ ਜਿਹੜੇ ਇਸ ਵੇਲੇ ਹੋਲੀਆਂ ਤਾਂ ਮਨਾ ਰਹੇ ਨੇ, ਪਰ ਉਹਨਾਂ ਦੀਆਂ ਬਾਕੀ ਕਿੰਨੀਆਂ ਹੋਲੀਆਂ ਜਿਹੜੀਆਂ ਨੇ ਉਹ ਜੇਲ੍ਹ ਵਿੱਚ ਹੀ ਬਤੀਤ ਹੋ ਜਾਣੀਆਂ ਨੇ। ਕਈ ਐਸੇ ਕੰਮ ਵੀ ਕਰ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਤੂੰ ਹੋਲੀ ਖੇਡ। ਹੋਲੀ ਸੱਚ ਦਾ ਪ੍ਰਤੀਕ ਸੀ। ਇਸ ਦੀ ਸਾਖੀ, ਇਸ ਦਾ ਪ੍ਰਸੰਗ ਇਸ ਢੰਗ ਦੇ ਨਾਲ ਹੈ। ਹਰਨਾਕਸ਼ ਜਿਹੜਾ ਹੈ ਉਸ ਨੇ ਕੁਝ ਸ਼ਕਤੀਆਂ ਪ੍ਰਾਪਤ ਕਰ ਲਈਆਂ, ਕੁਝ ਵਰ ਪ੍ਰਾਪਤ ਕਰ ਲਏ ਕਿ ਨਾ ਮੈਂ ਜ਼ਮੀਨ 'ਤੇ ਮਰਾਂ, ਨਾ ਮੈਂ ਆਸਮਾਨ 'ਤੇ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਕਿਸੇ ਪਸ਼ੂ ਦੇ ਹੱਥੋਂ ਮਰਾਂ, ਨਾ ਮੈਂ ਕਿਸੇ ਇਨਸਾਨ ਦੇ ਹੱਥੋਂ ਮਰਾਂ। ਉਹਨੇ ਕਈ ਇਸ ਤਰ੍ਹਾਂ ਦੇ ਵਰ ਪ੍ਰਾਪਤ ਕਰ ਲਏ। ਨਾ ਮੈਂ ਕਿਸੇ ਹੱਥ ਦੇ ਨਾਲ ਹੀ ਮਰਾਂ ਤੇ ਨਾ ਹੀ ਕਿਸੇ ਸ਼ਸਤਰ ਦੇ ਨਾਲ ਮਰਾਂ। ਇਸ ਕਰਕੇ ਜਦੋਂ ਉਸਨੇ ਮਹਿਸੂਸ ਕੀਤਾ ਕਿ ਹੁਣ ਤੇ ਮੈਨੂੰ ਕੋਈ ਮਾਰ ਨਹੀਂ ਸਕਦਾ, ਹਰ ਥਾਂ ਤੇ ਉਸਨੇ ਇਹ ਗੱਲ ਪੱਕੀ ਕਰ ਦਿੱਤੀ ਵੀ ਹਰੇਕ ਇਨਸਾਨ ਸਿਰਫ ਤੇ ਸਿਰਫ ਮੈਨੂੰ ਜਪੇਗਾ, ਜਲੇ ਹਰਨਾਖਸ਼ ਥਲੇ ਹਰਨਾਖਸ਼। ਪਰ ਜਦੋਂ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਕਿਸੇ ਦੀ ਤਾਕਤ ਨੂੰ ਖੋਹਣਾ ਹੋਏ ਤੇ ਉਸ ਨੂੰ ਪਰਮਾਤਮਾ ਕਿਸੇ ਨਾ ਕਿਸੇ ਢੰਗ ਦੇ ਨਾਲ ਐਸੀ ਵਿਉਂਤ ਬਣਾ ਦਿੰਦਾ ਹੈ ਕਿ ਉਸ ਦੀ ਤਾਕਤ ਜਿਹੜੀ ਉਹਦੇ ਹੱਥੋਂ ਖੋਈ ਜਾਂਦੀ ਹੈ। ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ, ਬੱਚੇ ਦਾ ਨਾਂ ਰੱਖਿਆ ਪ੍ਰਹਲਾਦ, ਤੇ ਪ੍ਰਹਲਾਦ ਬਚਪਨ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਸੱਚ ਦੀ ਗੱਲ ਕਰਨ ਵਾਲਾ ਸੀ। ਪਿਤਾ ਨੇ ਬਚਪਨ ਵਿੱਚ ਹੀ ਬੱਚੇ ਨੂੰ ਸਮਝਾਉਣਾ ਆਰੰਭ ਕਰ ਦਿੱਤਾ ਕਿ ਦੇਖ, ਇਸ ਥਾਂ ਤੇ ਮੇਰਾ ਰਾਜ ਹੈ, ਮੈਂ ਤੇਰਾ ਬਾਪ ਹਾਂ, ਤੇ ਇਸ ਕਰਕੇ ਮੈਨੂੰ ਰੱਬ ਕਰਕੇ ਪੂਜਿਆ ਜਾਣਾ ਚਾਹੀਦਾ ਹੈ। ਤੇ ਭਗਤ ਪ੍ਰਹਲਾਦ ਕਹਿੰਦੇ ਨੇ ਵੀ ਤੁਸੀਂ ਮੇਰੇ ਪਿਤਾ ਹੋ, ਸਤਿਕਾਰਯੋਗ ਹੋ, ਜਨਮਦਾਤੇ ਹੋ। ਪਰ ਉਹ ਅਕਾਲ ਪੁਰਖ ਪਰਮਾਤਮਾ ਜੋ ਸਾਰਿਆਂ ਨੂੰ ਜਨਮ ਦੇਣ ਵਾਲਾ ਹੈ, ਰੱਬ ਤੇ ਉਹੀ ਹੈ। ਮਾਂ ਨੇ ਸਮਝਾਇਆ, ਕਿਉਂਕਿ ਸਭ ਤੋਂ ਪਹਿਲਾਂ ਪਿਤਾ ਤਾਕਤ ਦਿੰਦਾ ਹੈ। ਪਿਤਾ ਨੇ ਘਰ ਦੀ ਪਰਵਰਿਸ਼ ਕਰਨੀ ਹੁੰਦੀ ਹੈ, ਸੰਭਾਲ ਕਰਨੀ ਹੈ। ਉਸ ਤੋਂ ਉਪਰੰਤ ਇਹ ਗੱਲ ਮਾਂ ਨੇ ਸਮਝਾਈ ਕਿ ਦੇਖ ਬੇਟਾ, ਇੱਕ ਤੇ ਤੂੰ ਹੈ ਮੇਰਾ ਪੁੱਤ, ਮੇਰਾ ਖੂਨ। ਜੇ ਤੂੰ ਮੇਰੇ ਹੱਥੋਂ ਚਲਾ ਗਿਆ ਤੇ ਮੇਰਾ ਜੀਵਤ ਰਹਿਣਾ
ठीक नहीं है, मैं नहीं रह सकांगी। पर पुੱਤ एक गल होर भी है, मेरे सिर दा साईं तेरा पिता है ते उस ते कह तो बगैर भी नहीं मैं चल सकती। इस करके तुसी किरपा करो, तुसी अपने पिता दा कहना मनो। ते हरनाकश दी गल करदे होए भगत प्रहलाद जी कहंदे ने माँ मैं पिता करके पिता नूं ते जानदा हाँ, पर रब करके नहीं जानदा। इस करके मैं पिता नूं रब करके नहीं जान सकता। जे तुसी मैनू ठीक रस्ते ते नहीं तुरन दिओगे तो तुसी भी मेरे माँ नहीं। फिर जदों बाप भी सहारा नहीं, माँ भी सहारा नहीं, हुण एक सहारा हुंदा है गुरु। पर गुरु संडा अते अमरका दो गुरु जिहड़े इन्हां नूं पढ़ाउंदे ने, हरनाकश ने उन्हां नूं समझाया भी बच्चे नूं समझाओ, क्योंकि जे घर दे विचों ही इस तरह दीयां गल्लां होणगीआं तो मैं दुनिया नूं किस तरह जित सकांगा। गुरुआं ने भी समझाया पर बच्चे नूं कोई गल समझ ना आई, क्योंकि जिन्हों सच दा रंग चढ़ जाता है, लाल रंग तिसको लगा जिसके वडभागा, मैला कदे ना होवे नह लागे दागा, फिर कदी ये रंग फिक्का नहीं जे पैंदा। इस करके भगत प्रहलाद की सच की गल करते ने। अखीर हरनाकश ने सोचा भी किसी ना किसी तरीके नाल बच्चे नूं डराया जाए। हुण आम करके बच्चा दो ही गल्लां तो डरदा है, या तो हनेरे तो डरदा है या फिर बच्चा भुख तो डरदा है। बच्चे नूं बंद कर दिता गया कमरे विच, बाहर दिया ताला मार दिता गया, कुंडी ला दी बाहरों दी भी अंदर डरदा रहे। निरभौ बालक मूल नाम डरई, पर वो बच्चा ऐसा जिंदे अंदर निरभौ बसदा है। गुरु साहब जी भी कहते जिन निरभौ जिन हर निरभौ ध्याया जी तिनका भौ सब गवासी। भी जिन्हां दे अंदर निरभौ बस गया उन्होंने डर काहदा है। बच्चा बिल्कुल भी नहीं डरिया, बाहर कढ़िया गया, बच्चा ठीक सी। अजे ये महसूस हो रहा हरनाकश नूं कि बच्चे नूं डराया जा सकता है, भुखिया भी रखिया गया, पर बच्चा फिर भी सच की गल करता है। अखीर इस बच्चे नूं पहाड़ां तो भी सुटिया गया ते इतिहास दसदा है कि दरख्तां ने इस ढंग नाल इनू बचा लिया कि जिवें इसके तन ते झरीट भी ना आई होए। हुण अगली गल जदों हरनाकश गल अगे बैठ के कीती अपनी भैन दे नाल होलिका दे नाल, ते होलिका दे नाल गल करदिआं होलिका कहंदी है भी मेरे कोल एक बख्शिश है, मेरे कोल एक ऐसा कपड़ा है जिसनों मैं अपने तन ते ला के जे मैं अग दे विच भी बैठ जानी हाँ ते अग मैनू नहीं साड़ सकती, भावें लकड़ां सड़ के सवा हो जान। इस करके तुसी प्रहलाद नूं मेरी गोद विच बिठा दिओ, मैं इसनों अपनी गोद विच बैठा के अग विच बैठ जांगी, मैं बच जांगी, बच्चा सड़ जाएगा। पर जिन्हों अकाल पुरख परमात्मा बचाउणा चाहुंदा होए उन्होंने किवें कोई मार सकता है। भगत प्रहलाद जी अपनी भूआ की गोद विच बैठे ने होलिका दी, होलिका सड़ जाती है, बच्चा फिर बच जाता है, बच्चा फिर बच गया। होलिका सड़ गई, इस करके कुछ हिंदू वीर जिहड़े ने वो होली भी साड़ते ने। उन्हां दी भावना ये होंदी है कि होली सड़ गई है, होलिका सड़ गई है, झूठ सड़ गया है, सच बच गया है। पर जेड़े होली भी साड़ते ने, जेड़े होलिका नूं भी साड़ते ने, कि उन्हां दे अंदरों सच सड़ गया है, सच मुक गया है, या ये कह लीए भी उन्हां दे अंदर कोई सच वाली गल है। असल विच उन्हां दे अंदरों सच ही मरिया है, जेड़ा झूठ सी वो नहीं जे मरिया। अजे भी नशे होंदे ने, अजे भी एक तो एक विकार कमाए जाते ने। गल कर रहा सा मैं कि उस वेले होलिका ते सड़ गई, हरनाकश नूं अजे भी लग्या कि इस बच्चे नूं किसी ना किसी तरीके नाल डराया ते धमकाया जा सकता है। जो इतिहास है वो दसदा है कि एक थंब तैयार किया गया, उसनूं लाल किया गया। असे उस थंब नूं जफा पाउण वास्ते जदों भगत प्रहलाद नूं कहा गया ते भगत प्रहलाद जी ने देखा एक कीड़ी तुरी जाती है, गीत भी बन गए, कीड़ी ना बन दिओ रामा प्रहलाद डोल जांदा। भगत प्रहलाद जी ने जफा पाया, कुछ भी ना होया। उतों दी एक नरसिंह रूपी शक्ति ताकत प्रगट हुई है, जिसने हरनाकश नूं अपने गोडियां ते अपने पैरां ते रख लिया है ते एक गल कही है, ऐ हरनाकश अपनियां जिन्नियां भी गल्लां सनों पूरियां कर लै, अपने जिन्ने भी वर सनों देख लै, कोई कमी ते नहीं रह गई।
तू कहता से ना मैं किसी इंसान के हथों मरा ते ना ही किसी जानवर के हथों मरा। देख मेरे वल, मेरा जिहड़ा सिर है वो शेर वर्गा है, मूँह मेरा शेर वर्गा है, तो मेरा धड़ जिहड़ा है वो इंसान वर्गा है। ना मैं शेर हाँ, ना मैं जानवर हाँ, तो ना ही मैं इंसान हाँ। फिर कहन लगे भी देख मेरे वल, तू कहता सैं कि ना मैं जमीन ते मरा ते ना आसमान मरा, तू मेरे गोडियां ते है। तू कहता से ना मैं दिने मरा ना मैं रात मरा, सामने देख सूरज डुबिया है, ना ही दिन है ते ना ही रात है। तू कहता से ना मैं किसी छत हेठ मरा ते ना ही आसमान हेठ मरा, तू देख दरवाजे दे विच पिया है। तू कहता से ना मैं किसी हथ नाल मरा ते ना ही किसी शस्त्र दे नाल, आ मेरिया हथ मेरे देख इस दे नोहां ने तेरी छाती नूं पार सुटना है। ते कहंदे ने हरनाकश दी मौत हो गई। होलिका सानू ये ज्ञान देंदी है कि सच भावें देखण नूं किड्डा भी छोटा लगे, सच भावें देखण नूं बहुत छोटा लगे, पर यह गल सच्ची जे जिहड़ा सच है वो झूठ नूं हमेशा हरा दिया करता है। झूठ जिहड़ा है वो सदा मुक जाया करता है सच दे सामने। ये गल गुरु ग्रंथ साहिब जी की विचार भी सानू समझाउंदी है। राम जपो जी ऐसे ऐसे, ध्रुव प्रहलाद जपियो हर जैसे। धन साहिब श्री गुरु रामदास जी कहते ने, हर जुग जुग भगत उपाया, पैज रखदा आया राम राजे। इस करके सतगुरु कहते ने, ए तन माया पाया प्यारे, लीतड़ा लब रंगाए। भी ये जिहड़ा तन है, जे ते इनू पा लगी है माया दी ते लोभ दा रंग चढ़िया है, ते फिर ये शरीर रब दे दर ते प्रवान नहीं होएगा। ये तन माया पाया प्यारे, लीतड़ा लब रंगाए। मेरा कंत ना भावै चोलड़ा प्यारे, क्यों धन सेजा जाए। सतगुरु कहते ने, ये जीव रूपी इस्त्री रब दे दर ते प्रवान किवें हो सकती है। ते जेड़े सच दे रंग विच रंगे गए, सतगुरु जी कहते ने, हों कुर्बाने जाओ मेहरबाना, हों कुर्बाने जाओ, हों कुर्बाने जाओ तिना के लैन जो तेरा नाओ, लैन जो तेरा नाओ तिना के हों सद कुर्बाने जाओ। सतगुरु कहते ने, मैं उन्हां तो सदके जांदा हाँ, मैं उन्हां तो वारे वारे जांदा हाँ, ਜਿਹੜੇ सच ਦੇ ਵਿੱਚ जुड़ गए ने, ਜਿਹੜੇ सच ਦੇ प्यार ਵਿੱਚ जुड़ गए ने, ਤੇ ਜਿਨ੍ਹਾਂ ਦਾ ਤਨ परमात्मा दे प्यार विच रंगिया जाता है। लाल रंग तिसको लगा तिसकै वडभागा। सतगुरु कहते ने, जिन्हां दे तन नूं परमात्मा दे प्यार रूपी रंग लग गया वो वड्डे भागा वाले ने। इस करके मैं उन्हां तो कुर्बान जाता हाँ। ते धन साहिब श्री गुरु अर्जन देव जी जदों गुरु साहिब जी सच की गल करते ने, ते गुरु साहिब गुरु अर्जन देव जी नूं तत्ती तवी ते बिठाया जाना है। ये ड्यूटी लगी है चंदू दी जहांगीर वालों भी देख इन्हां नूं किसी भी तरीके दे नाल तू इस्लाम धर्म विच लैके आउणा है। ते सतगुरु गुरु अर्जन देव जी कहते ने नाम की गल, प्रभु परमात्मा दे प्यार की गल तो हो सकती है। जे तुसीं मैनूं कहोगे अल्लाह कहो तो मैं अल्लाह कहण नूं भी तैयार हाँ, मैं राम कहण नूं भी तैयार हाँ। अल्लाह विच ते राम विच कोई फर्क नहीं है। पर जे तुसी सिर ते मेरे डंडा रख के मैनू कहोगे भी तू अल्लाह कह, तो मैं नहीं कह सकता, क्योंकि परमात्मा नू जपना तो प्यार की खेड है, नाम की खेड है। वो कहन लगे भी तुहाडे अंदर जिहड़ी प्यार दा रंग चढ़िया होया है, उस वेले चंदू कहता है भी सतगुरु जी तुहाडे अंदरों ये रंग कढ़ देना है। सतगुरु कहते ने वो किवें? वो कहन लगा, देख तत्ती तवी लो गर्म की जा रही है, इनका रंग देखो। फिर कह लगे भी इन्हां दे विच देख देग नूं जिहड़ा उबालिया जा रहा है, जिंदे विच पानी है, ते नाल ही कहन लगे भी तुहानूं अजे पता नहीं गर्म रेत भी की जा रही है। ते गुरु साहिब गुरु अर्जन देव जी कहते ने, कहन लगे इहदे विच वो रंग नहीं है जिहड़ा प्यार दे रंग नूं मिटा सके, प्यार दे रंग नूं मुका सके। चंदू चंद्रा चन चढ़ाउण लगा कहण कि लो तपाओ छेती, सूरज ला के पी के रेत उसदी, गुरु अर्जन दे सीस विच पाओ छेती। गुरु अर्जन आए ते आके कहन लगे, लो तपाउण दा तुहानूं ढंग कोई नहीं, जिहड़ा रंग अज शहीदी मंगदी उस लो दे विचों रंग कोई नहीं। सतगुरु कहंदे ने, ये रंग फिक्के ने, ये रंग माया दे ने,
ਇਹ ਰੰਗ ਲੋਭ ਦੇ ਨੇ, ਤੇ ਜਿਹੜੇ ਇਹ ਲੋਭ ਦੇ ਰੰਗ ਨੇ ਇਹ ਸੱਚ ਦੇ ਰੰਗ ਦੇ ਸਾਹਮਣੇ ਬਿਲਕੁਲ ਵੀ ਫਿੱਕੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮੈਂ ਤੁਹਾਡੀ ਹੋਲੀ ਨੂੰ, ਹੋਲੇ ਦਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾਂ ਦੇਣਾ ਚਾਹੁੰਦਾ ਹਾਂ। ਇਸ ਦੇ ਵਿੱਚ ਕੁਝ ਗੁਣਾਂ ਨੂੰ ਅਲੱਗ ਦੇਣਾ ਚਾਹੁੰਦਾ ਹਾਂ। ਹੋਲੀ ਜਿਹੜੀ ਹੈ ਉਹ ਵੀ ਸੱਚ ਦਾ ਪ੍ਰਤੀਕ ਹੈ, ਪਰ ਹੋਲੀ ਸ਼ੂਦਰਾਂ ਦੇ ਤਿਉਹਾਰ ਸੀ। ਬ੍ਰਾਹਮਣ ਜਿਹੜਾ ਸੀ ਉਹ ਕਹਿੰਦਾ ਸੀ ਵੀ ਵਿਸਾਖੀ ਸਾਡਾ ਤਿਉਹਾਰ ਹੈ, ਪਰ ਗੁਰੂ ਸਾਹਿਬ ਜੀ ਨੇ ਵਿਸਾਖੀ ਦਾ ਤਿਉਹਾਰ ਵੀ ਸਿੱਖ ਨੂੰ ਦੇ ਦਿੱਤਾ। ਉਹਦਾ ਕਾਰਨ ਇਹ ਸੀ ਕਿ ਬ੍ਰਾਹਮਣ ਇਹ ਨਾ ਸੋਚੇ ਇਕੱਲਾ ਕਿ ਇਹ ਤਿਉਹਾਰ ਮੇਰਾ ਹੈ। ਸਤਿਗੁਰਾਂ ਨੇ ਹੋਲੀ ਦੀ ਜਦੋਂ ਗੱਲ ਕੀਤੀ ਤੇ ਕਹਿਣ ਲੱਗੇ ਵੀ ਸੱਚ ਦੀ ਗੱਲ ਹੈ, ਤੇ ਇਹ ਗੱਲ ਕਹਿ ਦਿੱਤੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਵਰਨਾ ਕੋ ਸਾਂਝਾ। ਇਹ ਸੱਚ ਦੀ ਗੱਲ ਹੈ ਤੇ ਸੱਚ ਸਾਰਿਆਂ ਵਾਸਤੇ ਹੈ। ਜਿਵੇਂ ਭਗਤ ਜੀ ਨੂੰ ਕਿਹਾ ਗਿਆ ਵੀ ਤੁਸੀਂ ਸ਼ੂਦਰ ਹੋ, ਤੁਸੀਂ ਰੱਬ ਦਾ ਨਾਮ ਨਹੀਂ ਜਪ ਸਕਦੇ, ਤੇ ਭਗਤ ਜੀ ਅੱਗੋਂ ਕੀ ਕਹਿੰਦੇ ਨੇ, ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਅਰ ਰਾਜਾ। ਕਿ ਪਰਮਾਤਮਾ ਕਿਸੇ ਦਾ ਬਾਪ ਦਾ ਥੋੜ੍ਹਾ ਹੀ ਹੈ, ਪਰਮਾਤਮਾ ਕਿਸੇ ਦੇ ਪਿਤਾ ਦਾ ਹੈ। ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਕਿ ਪਰਮਾਤਮਾ ਕੋਈ ਜਪ ਸਕਦਾ ਹੈ। ਇਸ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਸਾਡੇ ਤੇ ਕਿਰਪਾ ਕੀਤੀ, ਉਹ ਦਰਬਾਰ ਸਾਹਿਬ ਜਿਹੜਾ ਅਸੀਂ ਜਾਂਦੇ ਹਾਂ ਅੱਜ ਵੀ ਤੁਸੀਂ ਦੇਖੋ ਉਸ ਦੇ 4 ਦਰਵਾਜ਼ੇ ਨੇ। ਭਾਵੇਂ ਖੱਤਰੀ, ਭਾਵੇਂ ਸ਼ੂਦਰ, ਭਾਵੇਂ ਵੈਸ਼, ਜੋ ਮਰਜ਼ੀ ਆ ਸਕਦਾ ਹੈ। ਪਰ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਦਿਓ ਜੇ, ਭਾਵੇਂ ਦਰਵਾਜ਼ੇ 4 ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਜਦੋਂ ਜਾਣਾ ਹੈ ਤੇ ਇੱਕ ਹੀ ਦਰਵਾਜ਼ਾ ਹੈ। ਇੱਕ ਹੀ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰੂ ਦੇ ਕੋਲ ਜਾ ਸਕਦੇ ਹੋ, ਉਹ ਹੈ ਸੱਚ ਦਾ ਤੇ ਪ੍ਰੇਮ ਦਾ। ਨਹੀਂ ਤੇ ਕਈ ਵਾਰ ਤੁਸੀਂ ਦੇਖੋ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਦਰਬਾਰ ਸਾਹਿਬ, ਤੁਸੀਂ ਵੀ ਗਏ ਹੋਗੇ। ਕਈ ਵਾਰ ਬੰਦਾ 2-2, 3-3 ਘੰਟੇ ਖੜਾ ਰਹਿੰਦਾ ਹੈ ਤੇ ਨੰਬਰ ਹੀ ਨਹੀਂ ਆਉਂਦਾ ਮੱਥਾ ਟੇਕਣ ਦਾ, ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਹੈ। ਹੁਣ ਪ੍ਰਬੰਧਕ ਕਮੇਟੀ ਇਹ ਉਪਰਾਲਾ ਕਰ ਸਕਦੀ ਹੈ ਨਾ ਵੀ ਗੁਰੂ ਸਾਹਿਬ ਜੀ ਤੇ ਅੰਦਰ ਨੇ ਤੇ ਚਾਰੋਂ ਤਰਫ ਪਾਣੀ ਵੀ ਹੈ, ਤੇ ਕਿਸੇ ਥਾਂ ਤੋਂ ਇੱਕ ਰਸਤਾ ਹੋਰ ਤਿਆਰ ਕਰ ਦਿੱਤਾ ਜਾਏ, ਇੱਕ ਰਸਤੇ ਦੇ ਰਾਹੀਂ ਹੋਰ ਲੋਕ ਚਲੇ ਜਾਣ। ਫਿਰ ਇਹ ਹੋ ਜਾਏਗਾ ਵੀ ਇੱਧਰੋਂ ਦੀ ਗਰੀਬ ਜਾਣ ਤੇ ਇੱਧਰੋਂ ਦੀ ਅਮੀਰ ਜਾਣ, ਕੁਝ ਹੋਰ ਵੀ ਹੋ ਸਕਦਾ ਹੈ। ਇਹ ਹੱਕ ਜਿਹੜਾ ਹੈ ਉਹ ਕਿਸੇ ਨੂੰ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਇੱਕ ਮਰਿਆਦਾ ਬਣਾ ਦਿੱਤੀ ਹੈ, ਉਹ ਮਰਿਆਦਾ ਇਹੀ ਦੱਸਦੀ ਹੈ ਕਿ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਵਸਦਾ ਹੈ, ਤੇ ਸਾਰਿਆਂ ਨੂੰ ਉਹ ਪ੍ਰਭੂ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਜੀਵਨ ਦਿੱਤਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਪਰ ਦੁਨੀਆ ਦਾ ਹਾਲ ਇਹ ਸੀ ਵੀ ਖੱਤਰੀ ਕਹਿੰਦਾ ਸੀ ਮੈਂ ਛਤਰ ਚਲਾਉਣੇ ਨੇ, ਬ੍ਰਾਹਮਣ ਕਹਿੰਦਾ ਸੀ ਮੈਂ ਸਿਰਫ ਧਾਰਮਿਕ ਗ੍ਰੰਥ ਪੜ੍ਹਨੇ ਨੇ, ਤੇ ਵੈਸ਼ ਕਹਿੰਦਾ ਸੀ ਕਿ ਮੇਰਾ ਕੰਮ ਦੁਕਾਨਦਾਰੀ ਹੈ, ਸ਼ੂਦਰ ਕਹਿੰਦਾ ਸੀ ਮੈਂ ਲੋਕਾਂ ਦੀ ਸਫਾਈ ਕਰਨੀ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ, ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੇ ਪ੍ਰਾਕ੍ਰਿਤੇ। ਪਰ ਸਤਿਗੁਰੂ ਕਹਿੰਦੇ ਨੇ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦਿਓ। ਸਤਿਗੁਰੂ ਕਹਿੰਦੇ ਨੇ ਖੱਤਰੀਆਂ ਦਾ ਆਪਣਾ ਧਰਮ ਹੋਏਗਾ, ਪਰ ਸੱਚ ਦਾ ਇੱਕ ਹੀ ਹੈ ਧਰਮ, ਉਹ ਹੈ ਪਰਮਾਤਮਾ ਦਾ ਨਾਮ ਜਪਣਾ। ਇਸ ਵਰਨ ਵੰਡ ਨੇ ਸਾਡੇ ਸਮਾਜ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ, ਸਾਡੇ ਹਿੰਦੁਸਤਾਨ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸ਼ਿਵਾਜੀ ਮਰਾਠਾ ਜੋ ਨੀਵੀਂ ਜਾਤ ਦਾ ਸੀ, ਜਿਸ ਵੇਲੇ ਉਹ ਰਾਜਗੱਦੀ ਤੇ ਬੈਠਣ ਲੱਗਾ, ਉਹਨੂੰ ਤਿਲਕ ਹੋਣਾ ਸੀ, ਤੇ ਬ੍ਰਾਹਮਣ ਸਾਰੇ ਖਿਲਾਫ ਹੋ ਗਏ। ਕਹਿੰਦੇ ਨੇ ਨੀਵੀਂ ਜਾਤ ਦਾ ਹੈ, ਇਹਨੂੰ ਕਿਵੇਂ ਤੁਸੀਂ ਧਾਰਮਿਕ ਰਾਜਾ ਬਣਾ ਸਕਦੇ ਹੋ, ਇਹਨੂੰ ਕਿਵੇਂ ਤੁਸੀਂ ਰਾਜ ਦੇ ਸਕਦੇ ਹੋ। ਉਹ ਕਹਿਣ ਲੱਗਾ ਜੀ ਮੇਰੇ ਕੋਲ ਸ਼ਕਤੀ ਹੈ, ਮੈਂ ਇਹ ਜੰਗ ਜਿੱਤ ਚੁੱਕਿਆ ਹਾਂ, ਇਸ ਕਰਕੇ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਇਹ ਰਾਜ ਦਿਓ। ਬ੍ਰਾਹਮਣ ਕਹਿੰਦੇ ਨੇ ਵੀ ਘੱਟੋ ਘੱਟ 11,000 ਬ੍ਰਾਹਮਣਾਂ ਨੂੰ ਲੰਗਰ ਛਕਾਉਣਾ ਪਏਗਾ। ਸ਼ਿਵਾਜੀ ਮਰਹੱਟੇ ਨੇ 50,000 ਰੁਪਏ ਉਸ ਵੇਲੇ ਦੇ ਖਰਚ ਕਰਕੇ 11,000 ਬ੍ਰਾਹਮਣਾਂ ਨੂੰ ਲੰਗਰ ਛਕਾਇਆ, ਕਈ ਦਿਨ ਛਕਾਇਆ ਲੰਗਰ, ਤਾਂ ਜਾ ਕੇ ਉਹਦਾ ਰਾਜ ਤਿਲਕ ਹੋਇਆ। ਤੇ ਇੱਕ ਪਾਸੇ ਅਸੀਂ ਦੇਖਦੇ ਹਾਂ ਮਹਾਰਾਜਾ ਸਾਂਗਾ ਜਿਹੜਾ ਹੈ, ਉਹ ਰਾਜਾ ਇਸ ਢੰਗ ਦੇ ਨਾਲ ਰਾਜ ਕਰ ਰਿਹਾ ਸੀ ਕਿ ਹਿੰਦੁਸਤਾਨ ਤੇ ਉਹਦਾ ਪੂਰਾ ਬਲ ਵਾਲਾ ਸੀ। ਪਰ ਉਧਰ ਜਦੋਂ ਬਾਬਰ ਚੜ੍ਹ ਕੇ ਆਇਆ ਹੈ ਤੇ ਬਾਬਰ ਇੱਕ ਗੱਲ ਕਹਿੰਦਾ ਹੈ, ਕਹਿੰਦਾ ਮੈਂ ਹਿੰਦੁਸਤਾਨ ਤੇ ਪੂਰੇ ਤੇ ਰਾਜ ਕਰਨਾ ਹੈ। ਬਾਬਰ ਚੜ੍ਹ ਕੇ ਆਇਆ ਤੇ ਬਾਬਰ ਨੇ ਦੇਖਿਆ ਵੀ ਹੌਲੀ ਹੌਲੀ ਕਰਕੇ ਸਾਰਾ ਹਿੰਦੁਸਤਾਨ ਮੇਰੇ ਹੱਥ ਵਿੱਚ ਆਉਂਦਾ ਜਾ ਰਿਹਾ। ਜਦੋਂ ਖਾਂਡਵ ਤੇ ਪਹੁੰਚਿਆ ਤੇ ਰਾਣਾ ਸਾਂਗਾ ਉਹਦੇ ਨਾਲ ਯੁੱਧ ਵਿੱਚ ਸਾਹਮਣੇ ਖੜਾ ਸੀ, ਤਿਆਰ ਸੀ
ਤੇ ਜਿਸ ਵੇਲੇ ਉਹਨਾਂ ਨੇ ਪਹਿਲੇ ਦਿਨ ਜੰਗ ਕੀਤੀ ਤੇ ਬਾਬਰ ਨੇ ਹੱਥ ਖੜੇ ਕਰ ਲਏ। ਉਹ ਕਹਿਣ ਲੱਗਾ ਵੀ ਨਹੀਂ, ਹਿੰਦੁਸਤਾਨ ਨੂੰ ਨਹੀਂ ਜਿੱਤਿਆ ਜਾ ਸਕਦਾ। ਰਾਣਾ ਸਾਂਗਾ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਤੇ ਰਾਤ ਦਾ ਵੇਲਾ ਸੀ। ਜਦੋਂ ਉਹਨੇ ਦੇਖਿਆ ਵੀ ਇੱਕ ਥਾਂ ਤੇ ਤੰਬੂ, ਦੂਸਰੇ ਥਾਂ ਤੇ ਤੰਬੂ, ਇੱਕ ਥਾਂ ਤੇ ਹੋਰ ਤੰਬੂ ਲੱਗੇ ਹੋਏ ਸੀ, ਤੇ ਉਸ ਵੇਲੇ ਬਾਬਰ ਰਾਤ ਨੂੰ ਸੈਰ ਕਰਨੀ ਨਿਕਲਿਆ। ਉਹਨੇ ਆਪਣੇ ਮਿੱਤਰਾਂ ਕੋਲ ਪੁੱਛਿਆ, ਵਜ਼ੀਰ ਕੋਲ ਪੁੱਛਿਆ ਵੀ ਇਹ ਕੀ ਹੈ, ਇਹ ਲੰਗਰ ਵੱਖ-ਵੱਖ ਥਾਂ ਤੇ ਕਿਉਂ ਖਾ ਰਹੇ ਨੇ? ਉਹ ਕਹਿਣ ਲੱਗੇ ਵੀ ਇਹਨਾਂ ਵਿੱਚ ਅਲੱਗ-ਅਲੱਗ ਜਾਤੀ ਦੇ ਲੋਕ ਨੇ, ਹਰ ਕੋਈ ਆਪਣੇ ਆਪ ਨੂੰ ਉੱਚੀ ਜਾਤੀ ਦਾ ਸਮਝਦਾ ਹੈ ਤੇ ਕਿਸੇ ਦੇ ਨਾਲ ਕੋਈ ਰਲ ਕੇ ਰੋਟੀ ਨਹੀਂ ਖਾਂਦਾ। ਇੱਥੇ ਤੱਕ ਕਿ ਕਿਸੇ ਦਾ ਪਰਛਾਵਾਂ ਵੀ ਕਿਸੇ ਤੇ ਪੈ ਜਾਵੇ ਤੇ ਉਹਨੂੰ ਭ੍ਰਿਸ਼ਟ ਮੰਨਿਆ ਜਾਂਦਾ ਹੈ। ਉਸ ਵੇਲੇ ਬਾਬਰ ਨੇ ਕਿਹਾ, ਕਹਿੰਦਾ ਵੀ ਹਿੰਦੁਸਤਾਨ ਨੂੰ ਜਿੱਤਿਆ ਜਾ ਸਕਦਾ, ਕੋਈ ਔਖਾ ਕੰਮ ਨਹੀਂ ਹੈ। ਅਗਲੇ ਦਿਨ ਫਿਰ ਜੰਗ ਹੋਈ। ਅਗਲੇ ਦਿਨ ਜੰਗ ਵਿੱਚ ਬਾਬਰ ਲਗਭਗ ਜੰਗ ਹਾਰ ਚੁੱਕਿਆ ਸੀ, ਪਰ ਉਹਨੇ ਆਪਣੇ ਸੈਨਿਕਾਂ ਨੂੰ ਕਹਿ ਦਿੱਤਾ ਸੀ ਪਰਵਾਹ ਕਰਨ ਦੀ ਲੋੜ ਨਹੀਂ। ਜਿਨ੍ਹਾਂ ਵਿੱਚ ਆਪਸੀ ਵਿਤਕਰੇ ਹੁੰਦੇ ਨੇ, ਜਿਨ੍ਹਾਂ ਵਿੱਚ ਆਪਸੀ ਭੇਦਭਾਵ ਹੁੰਦੇ ਨੇ, ਉਹਨਾਂ ਨੂੰ ਕਦੀ ਵੀ ਕਿਸੇ ਵੀ ਢੰਗ ਨਾਲ ਹਰਾਇਆ ਜਾ ਸਕਦਾ ਹੈ। ਜਦੋਂ ਇੰਨੀ ਗੱਲ ਹੋਈ, ਅਗਲੇ ਦਿਨ ਜੰਗ ਦੇ ਵਿੱਚ ਲਗਭਗ ਇਹ ਹਾਰ ਚੁੱਕਿਆ ਸੀ ਬਾਬਰ, ਤੇ ਰਾਣਾ ਸਾਂਗੇ ਨੇ ਦੇਖਿਆ ਕਿ ਮੇਰੀ ਇੱਕ ਟੁਕੜੀ ਨੇ ਬਾਬਰ ਨੂੰ ਭਾਜਣਾ ਪਾ ਦਿੱਤੀਆਂ ਨੇ। ਉਹਨੇ ਦੂਸਰੀ ਟੁਕੜੀ ਨੂੰ ਕਿਹਾ, ਦੂਸਰੀ ਫੌਜੀ ਟੁਕੜੀ ਨੂੰ ਵੀ ਜਾਓ ਤੇ ਜਾ ਕੇ ਉਹਨਾਂ ਦੀ ਮਦਦ ਕਰੋ, ਬਸ ਥੋੜ੍ਹਾ ਜਿਹਾ ਕੰਮ ਰਹਿ ਗਿਆ, ਆਪਾਂ ਜੰਗ ਹੁਣੇ ਹੀ ਜਿੱਤ ਲਈਏ। ਅੱਗੋਂ ਦੀ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਨਹੀਂ ਜਾਂਦੇ। ਫੌਜੀ ਟੁਕੜੀ ਨੇ ਕਿਹਾ ਅਸੀਂ ਨਹੀਂ ਜਾਣਾ। ਪੁੱਛਿਆ ਵੀ ਕਾਰਨ ਕੀ ਹੈ? ਕਹਿੰਦੇ ਨੇ ਕਾਰਨ ਇਹ ਹੈ ਕਿ ਜਿਨ੍ਹਾਂ ਨੇ ਬਾਬਰ ਨੂੰ ਭਾਜਣਾ ਪਾਈਆਂ ਨੇ ਉਹ ਸਾਡੇ ਤੋਂ ਨੀਵੀਂ ਜਾਤ ਦੇ ਰਾਜਪੂਤ ਨੇ, ਅਸੀਂ ਉੱਚੀ ਜਾਤ ਦੇ ਹਾਂ, ਤੇ ਜੇ ਕਿਧਰ ਉਹ ਜਿੱਤ ਜਾਂਦੇ ਨੇ ਤੇ ਫਿਰ ਨਾ ਤੇ ਉਹਨਾਂ ਦਾ ਬੰਨਾ ਸਾਡਾ ਥੋੜ੍ਹਾ ਹੀ ਆਉਣਾ ਹੈ, ਸਾਡੀ ਤਾਂ ਇੱਜ਼ਤ ਰਹਿਣੀ ਨਹੀਂ। ਇਸ ਕਰਕੇ ਅਸੀਂ ਨਹੀਂ ਜਾਣਾ। ਇਹਦਾ ਨਤੀਜਾ ਇਹ ਹੋਇਆ ਕਿ ਬਾਬਰ ਉਹ ਜੰਗ ਜਿੱਤ ਗਿਆ ਤੇ ਹਿੰਦੁਸਤਾਨ ਸਦੀ ਵੀ ਗੁਲਾਮ ਹੋ ਗਿਆ। ਕਾਰਨ ਇਹੀ ਹੈ ਕਿਉਂਕਿ ਅੰਦਰ ਜਾਤ ਪਾਤ ਦੇ ਵੰਡ ਸਨ। ਤੇ ਅੱਜ ਵੀ ਉਹੀ ਕੁਝ ਹੈ। ਤੁਸੀਂ ਅੱਜ ਗੁਰੂ ਘਰ ਦੇਖੋ, ਇਹ ਜੀ ਰਾਮਗੜੀਆਂ ਦਾ ਗੁਰਦੁਆਰਾ ਹੈ, ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਪਾਪਿਆਂ ਦਾ ਗੁਰਦੁਆਰਾ ਹੈ, ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ। ਤੇ ਬੰਦਾ ਆ ਕੇ ਕਹਿੰਦਾ ਵੀ ਇਹ ਵੀ ਤਾਂ ਦੱਸ ਦਿਓ ਵੀ ਗੁਰੂ ਦਾ ਦੁਆਰਾ ਕਿਹੜਾ ਹੈ, ਗੁਰੂ ਨਾਨਕ ਦੇਵ ਜੀ ਦਾ ਘਰ ਕਿਹੜਾ, ਮੈਂ ਮੱਥਾ ਟੇਕਣਾ ਸੀ। ਜੇ ਤੁਸੀਂ ਗੁਰਦੁਆਰਿਆਂ ਦੇ ਨਾਂ ਬਦਲ ਕੇ ਗੁਰੂ ਦਾ ਨਾਂ ਰਹਿਣ ਹੀ ਨਹੀਂ ਦਿੱਤਾ ਤੇ ਫਿਰ ਸੰਗਤ ਵੀ ਵੰਡੀ ਜਾਂਦੀ ਹੈ। ਗੁਰੂ ਘਰ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੋਂ ਪਛਾਣੇ ਜਾਣੇ ਚਾਹੀਦੇ ਨੇ। ਇਸ ਕਰਕੇ ਨਹੀਂ, ਅੱਜ ਅੰਮ੍ਰਿਤ ਵੀ ਵੰਡੇ ਨੇ। ਇਹ ਜੀ ਨਿਹੰਗਾਂ ਦਾ ਅੰਮ੍ਰਿਤ ਹੈ, ਇਹ ਜੀ ਉਹਨਾਂ ਦਾ ਅੰਮ੍ਰਿਤ ਹੈ, ਇਹ ਜੀ ਸੰਤਾਂ ਦਾ ਅੰਮ੍ਰਿਤ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਉਹ ਕਿੱਥੇ ਹੈ? ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਹੋਲੀ ਨੂੰ ਮਾੜਾ ਨਹੀਂ ਕਿਹਾ ਗਿਆ, ਪਰ ਇਹ ਵਰਨ ਵੰਡ ਨੂੰ ਮਾੜਾ ਕਿਹਾ ਗਿਆ ਵੀ ਕਿਸੇ ਦੀ ਹੋਲੀ ਹੈ, ਕਿਸੇ ਦਾ ਦੁਸਹਿਰਾ ਹੈ, ਕਿਸੇ ਦੀ ਦੀਵਾਲੀ ਹੈ, ਕਿਸੇ ਦੀ ਵਿਸਾਖੀ ਹੈ। ਤੇ ਸਤਿਗੁਰੂ ਕਹਿਣ ਲੱਗੇ ਮੈਂ ਤੇ ਸੱਚ ਦੀ ਗੱਲ ਕਰਨਾ ਚਾਹੁੰਦਾ। ਇਸ ਕਰਕੇ ਹੋਲੀ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਹੋਲਾ ਮਹੱਲਾ ਦਾ ਤਿਉਹਾਰ ਦਿੱਤਾ। ਉਹਦਾ ਕਾਰਨ ਇਹ ਸੀ ਕਿ ਜ਼ਾਲਮ ਸਿਰਫ ਤੇ ਸਿਰਫ ਭਗਤ ਪ੍ਰਹਲਾਦ ਤਰ੍ਹਾਂ ਜ਼ੁਲਮ ਹੀ ਨਾ ਕਰਦਾ ਰਵੇ ਜਿਵੇਂ ਭਗਤ ਪ੍ਰਹਲਾਦ 'ਤੇ ਹੋਇਆ ਸੀ, ਬਲਕਿ ਜਿਹੜਾ ਸੱਚ ਹੈ ਉਹ ਝੂਠ ਨੂੰ ਖਦੇੜਨ ਤੇ ਉਹਨੂੰ ਮਾਰ ਭਜਾਉਣ ਵਿੱਚ ਦੇ ਵੀ ਕਾਬਲ ਹੋਵੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਤਤੀ ਤਵੀ 'ਤੇ ਬਿਠਾਇਆ ਜਾ ਰਿਹਾ ਹੈ ਤੇ ਸਤਿਗੁਰੂ ਜੀ ਇੱਕ ਗੱਲ ਕਹਿੰਦੇ ਨੇ, ਮੇਰੀ ਸਦਾ ਕੋ ਦਬਾਨਾ तो मुमकिन है मगर बदलते वक्त की रफ्तार कौन रोकेगा, मेरे ख्यालों की परवाज को रोकने वालों हर गोबिंद की तलवार कौन रोकेगा। कहने लगे भी तुहाडा पिता हरगोबिंद साहब गुरु हत्थ विच तलवार लैके आ रहा है। तो सतगुरु कहने लगे प्यार दीयां गल्लां जिहड़ियां होणियां सी हो गईयां। इस करके गुरु हरगोबिंद साहब जी ने भी 4 जंगां लड़ियां। अखीर इस गल नूं अगे तक तोरिया गया। गुरु साहब गुरु तेग बहादुर जी महाराज जिन्हां दा नाम त्यागमल सी, वो भी बड़ी सोहनी तलवार चलाउंदे सन। करतारपुर की जंग दे विच उन्होंने जौहर दिखाया तो गुरु हरगोबिंद साहब जी ने एक गल कही सी, त्यागमल नूं भी तुहाडा नां त्यागमल नहीं, तुहाडा नां तेग बहादुर होना चाहिए है। तो इस तरह 9वें पातशाह का नाम तेग बहादुर जी पै गया। गुरु साहब गुरु गोबिंद सिंह जी नूं बचपन तो ही शस्त्र विद्या का ज्ञान दिता गया। ये ज्ञान इस करके दिता गया कि जिहड़ा जुल्म करने वाला है उसनूं ठल पाई जा सके।
ਤੇ ਗੁਰੂ ਸਾਹਿਬ ਜੀ ਨੇ ਫਿਰ ਸ਼ਸਤਰ ਵਿਦਿਆ ਵੀ ਸਿਖਾਈ। ਇੱਥੇ ਬੜੀ ਸੋਹਣੀ ਗੱਲ ਕਹੀ ਜਾਂਦੀ ਹੈ। ਜਦੋਂ ਕ੍ਰਿਸ਼ਨਾ ਅਵਤਾਰ ਆਪਾਂ ਪੜ੍ਹਦੇ ਹਾਂ ਦਸਮ ਗ੍ਰੰਥ ਦੇ ਵਿੱਚੋਂ, ਉਹਦੇ ਵਿੱਚ ਇੱਕ ਗੱਲ ਬੜੀ ਸੋਹਣੀ ਗਈ ਹੈ। ਹਾਲਾਂਕਿ ਦਸਮ ਗ੍ਰੰਥ ਪੂਰਾ ਜਿਹੜਾ ਹੈ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਪੂਰੀ ਸੱਚ ਦੀ ਗੱਲ ਕਰਦਾ ਹੈ, ਪਰ ਕਈ ਥਾਵਾਂ 'ਤੇ ਬਹੁਤ ਚੰਗੀਆਂ ਗੱਲਾਂ ਵੀ ਸਾਨੂੰ ਵਿੱਚੋਂ ਮਿਲਦੀਆਂ ਨੇ। ਜਿਵੇਂ ਜਾਪ ਸਾਹਿਬ ਹੈ, ਜਿਵੇਂ ਤੋ ਪ੍ਰਸਾਦ ਸਵਈਏ ਨੇ। ਕ੍ਰਿਸ਼ਨਾ ਅਵਤਾਰ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ, ਕਹਿੰਦੇ ਨੇ ਜਿਸ ਵੇਲੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਵੀ ਕੁਝ ਲੋਕ ਜਿਹੜੇ ਗੁਰੂ ਦੇ ਪਾਸ ਆਉਂਦੇ ਨੇ ਤੇ ਕਹਿਣ ਲੱਗੇ ਸਤਿਗੁਰੂ ਜੀ ਮੇਰੀ ਬੇਟੀ ਨੂੰ ਮੁਗਲ ਚੱਕ ਕੇ ਲੈ ਗਏ। ਇੱਕ ਆ ਕੇ ਕਹਿੰਦਾ ਸਤਿਗੁਰੂ ਜੀ ਮੈਂ ਵਿਆਹ ਕੇ ਆਪਣੀ ਪਤਨੀ ਲਿਆ ਰਿਹਾ ਸੀ, ਅਜੇ ਘਰ ਨਹੀਂ ਸੀ ਪਹੁੰਚਿਆ ਤੇ ਪਠਾਨਾਂ ਨੇ ਖੋਹ ਲਈ। ਸਤਿਗੁਰੂ ਕਹਿੰਦੇ ਨੇ ਕਾਰਨ ਕੀ ਹੈ? ਵੀ ਇਹਨਾਂ ਦੇ ਪਾਸ ਇੰਨੀ ਤਾਕਤ ਵੀ ਨਹੀਂ ਹੈ। 3-4 ਬੰਦੇ ਹੁੰਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਹੁੰਦੇ ਨੇ ਤੇ ਇਹਨਾਂ ਦੇ ਕੋਲੋਂ ਇਹਨਾਂ ਦੀ ਬਹੂ ਬੇਟੀ ਖੋਹ ਕੇ ਲੈ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਇਹਨਾਂ ਦੀ ਕਮਜ਼ੋਰੀ ਦੇਖੀ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਵੀ ਉਹ ਕਮੀ ਦੱਸੀ ਗੁਰੂ ਸਾਹਿਬ ਜੀ ਨੇ ਜਿਸ ਕਮੀ ਕਰਕੇ ਦੁਸ਼ਮਣ ਜਿਹੜਾ ਇਹਨਾਂ ਤੇ ਅਟੈਕ ਕਰਦਾ ਸੀ। ਸਤਿਗੁਰੂ ਕਹਿੰਦੇ ਨੇ ਆਓ ਮੇਰੇ ਨਾਲ ਖੜੇ ਹੋ, ਆਪਾਂ ਜੰਗ ਕਰਦੇ ਹਾਂ। ਤੇ ਅੱਗੋਂ ਉਹ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੇ ਕਦੀ ਹੱਥ ਵਿੱਚ ਨੰਗੀ ਕਰਦ ਵੀ ਨਹੀਂ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ। ਤੇ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਉਹਨਾਂ ਦੇ ਹੱਥ ਵਿੱਚ ਗੁਲਾਲ ਦਿੱਤਾ ਹੈ। ਕਹਿਣ ਲੱਗੇ ਵੀ ਇਹ ਕੀ ਹੈ? ਕਹਿੰਦੇ ਨੇ ਰੰਗ। ਸਤਿਗੁਰੂ ਜੀ ਕਹਿੰਦੇ ਨੇ ਉਸ ਵਕਤ ਇਹਨਾਂ ਦੇ ਹੱਥ ਵਿੱਚ ਬੰਬ ਦੇ ਕੇ ਜਿਹੜਾ ਬਾਰੂਦ ਸੀ, ਕਹਿਣ ਲੱਗੇ ਸਤਿਗੁਰੂ ਜੀ ਸੁੱਟੋ। ਇਹ ਕਹਿਣ ਲੱਗੇ ਮਹਾਰਾਜ ਇਹ ਬੰਬ ਹੈ, ਇਹ ਆਵਾਜ਼ ਕਰਦਾ ਹੈ ਤੇ ਕੰਨ ਪਾੜ ਦੂਗਾ। ਸਤਿਗੁਰੂ ਕਹਿਣ ਲੱਗੇ ਸੁੱਟੋ ਤੇ ਸਹੀ। ਉਹਨਾਂ ਨੇ ਬੰਬ ਸੁੱਟਿਆ ਹੈ। ਇੱਕ ਵਾਰ ਕੰਨਾਂ ਤੇ ਹੱਥ ਰੱਖੇ, ਦੂਸਰੀ ਵਾਰੀ ਕੰਨਾਂ ਤੇ ਹੱਥ ਰੱਖੇ, ਹੱਥ ਵਿੱਚ ਤਾਕਤ ਜਾਨ ਆ ਗਈ। ਅੱਗੋਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਕੀ ਕਰਦੇ ਹੋ? ਉਹ ਕਹਿਣ ਲੱਗੇ ਸਤਿਗੁਰੂ ਜੀ ਸਿਰਫ ਪਿਚਕਾਰੀਆਂ ਹੀ ਦੇਖੀਆਂ ਨੇ। ਗੁਰੂ ਸਾਹਿਬ ਜੀ ਨੇ ਹੱਥ ਵਿੱਚ ਬੰਦੂਕ ਦੇ ਦਿੱਤੀ, ਕਹਿੰਦਾ ਨਿਸ਼ਾਨਾ ਲਗਾਓ। ਇੱਕ ਵਾਰੀ ਘੋੜਾ ਦਬਾਇਆ, ਡਰੇ। ਦੂਸਰੀ ਵਾਰੀ ਬੰਦੂਕ ਚਲਾਈ, ਡਰੇ। ਅਖੀਰ ਉਹਨਾਂ ਦੇ ਹੱਥ ਵਿੱਚ ਇੰਨੀ ਜਾਨ ਤੇ ਇੰਨੀ ਤਾਕਤ ਆ ਗਈ ਕਿ ਉੜਦੀ ਚਿੜੀ ਦੇ ਵੀ ਇਹ ਅੱਖ ਦੇ ਵਿੱਚ ਨਿਸ਼ਾਨਾ ਲਾਉਣ ਦੇ ਸਮਰੱਥ ਹੋ ਗਏ ਸਨ। ਤਾਈਓ ਤੇ ਭੰਗਾਣੀ ਦਾ ਯੁੱਧ ਦੇਖੋ, ਹੋਰ ਯੁੱਧ ਦੇਖੋ, ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਤਾਕਤ ਦਿੱਤੀ ਸੀ। ਤੇ ਇਹੀ ਜਿਹੜੇ ਸਿੱਖ ਸਨ, ਜਿਹੜੇ ਆਮ ਲੋਕ ਸਨ, ਇੱਕ ਚਿੜੀ ਉਡਣ ਨਾਲ ਡਰ ਜਾਇਆ ਕਰਦੇ ਸਨ। ਜਦੋਂ ਮਰਜ਼ੀ ਜੀ ਕਰਦਾ ਸੀ ਦੁਸ਼ਮਣ ਆ ਕੇ ਨਾ ਉਹਨਾਂ ਕੋਲੋਂ ਸਭ ਕੁਝ ਖੋਹ ਕੇ ਲੈ ਜਾਇਆ ਕਰਦੇ ਸਨ। ਇਹੀ ਸਿੱਖ ਇੰਨੇ ਤਾਕਤਵਰ ਹੋ ਗਏ ਕਿ ਇਹਨਾਂ ਨੇ ਦੁਸ਼ਮਣਾਂ ਨੂੰ ਭਾਜੜਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਦੁਸ਼ਮਣ ਜਿਹੜੇ ਸਨ ਉਹ ਲਾਗੇ ਨਹੀਂ ਸੀ ਆਉਂਦੇ। ਤੇ ਗੁਰੂ ਸਾਹਿਬ ਜੀ ਇਹ ਤਿਆਰੀਆਂ ਕਰਾਉਣ ਦੇ ਲਈ, ਅਭਿਆਸ ਕਰਾਉਣ ਦੇ ਲਈ ਇਹ ਹੋਲਾ ਮਹੱਲਾ ਦਿਹਾੜੇ ਤੇ 2 ਜਥੇ ਤਿਆਰ ਕਰਦੇ ਸਨ। ਇੱਕ ਜਥੇ ਨੂੰ ਇੱਕ ਥਾਂ ਤੇ ਨਿਯੁਕਤ ਕਰ ਦੇਣਾ ਵੀ ਇਸ ਗੜੀ ਦੇ ਵਿੱਚ, ਇਸ ਗੜ੍ਹ ਦੇ ਵਿੱਚ ਤੁਸੀਂ ਦੂਸਰੇ ਜਥੇ ਨੂੰ ਨਹੀਂ ਆਉਣ ਦੇਣਾ। ਤੇ ਦੂਸਰੇ ਨੂੰ ਕਹਿੰਦੇ ਸੀ ਜੀ ਉੱਥੇ ਕਬਜ਼ਾ ਕਰੋ। ਆਪਸ ਵਿੱਚ ਉਹਨਾਂ ਦੀ ਲੜਾਈ ਹੁੰਦੀ ਸੀ। ਹਾਲਾਂਕਿ ਉਸ ਵੇਲੇ ਅਸਲੀ ਬੰਦੂਕ ਤੇ ਗੋਲੀ ਨਹੀਂ ਸੀ ਚਲਾਈ ਜਾਂਦੀ, ਕਿਉਂਕਿ ਸਿੱਖ ਦੋਨੋਂ ਧਿਰਾਂ ਵਿੱਚ ਹੁੰਦੇ ਸਨ। ਪਰ ਉਹਨਾਂ ਦੀ ਤਿਆਰੀ ਇੰਨੀ ਪੱਕੀ ਹੁੰਦੀ ਸੀ, ਇਸ ਢੰਗ ਦੇ ਨਾਲ ਹੁੰਦੀ ਸੀ ਕਿ ਜਿਹੜਾ ਜਿੱਤ ਜਾਂਦਾ ਸੀ ਗੁਰੂ ਸਾਹਿਬ ਜੀ ਉਹਨਾਂ ਨੂੰ ਪਿਆਰ ਕਰਿਆ ਕਰਦੇ ਸਨ, ਉਹਨਾਂ ਨੂੰ ਇਨਾਮ ਦਿਆ ਕਰਦੇ ਸਨ। ਤੇ ਸਤਿਗੁਰਾਂ ਨੇ ਇਹ ਗੱਲ ਕਹੀ ਵੀ ਸਿੱਖੋ ਜੇ 5 ਕਕਾਰੀ ਧਾਰਨ ਕਰ ਲਓਗੇ, ਸ਼ਸਤਰ ਵਿੱਦਿਆ ਤੁਹਾਡੇ ਕੋਲ ਹੋਏਗੀ ਤੇ ਕੋਈ ਵੀ ਤੁਹਾਡੇ ਨੇੜੇ ਨਹੀਂ ਆ ਸਕੇਗਾ। ਜਿਹੜੀ ਗੱਲ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਕਹੀ ਸੀ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਤੇ ਸਤਿਗੁਰਾਂ ਨੇ ਐਸਾ ਰੰਗ ਚਾੜਿਆ। ਤੁਸੀਂ ਦੇਖੋ ਕਿ ਗੁਰੂ ਸਾਹਿਬ ਜੀ ਦੇ ਸਨਮੁਖ ਸਿੱਖ ਜਿਹੜਾ ਵੀ ਆਉਂਦਾ ਸੀ ਆਪਣਾ ਆਪ ਕੁਰਬਾਨ ਕਰਨ ਲਈ ਪਿੱਛੇ ਨਹੀਂ ਸੀ ਹਟਦਾ। ਜਦੋਂ ਡੱਲੇ ਨੇ ਇੱਕ ਗੱਲ ਕਹੀ ਸੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਸਤਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਮੈਂ ਜਾਣਦਾ ਹਾਂ, ਜਿੰਨੀ ਕੁ ਮੈਨੂੰ ਸਮਝ ਹੈ ਤੁਹਾਡੇ ਵੱਡੇ ਸਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਤੁਹਾਡੇ ਕੋਲੋਂ ਅਨੰਦਪੁਰ ਸਾਹਿਬ ਵੱਖ ਹੋ ਗਿਆ। ਤੁਸੀਂ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਹੋ ਗਏ। ਸਤਿਗੁਰੂ ਜੀ ਜੇ ਕਿਧਰ ਮੈਂ ਤੁਹਾਡੇ ਨਾਲ ਹੁੰਦਾ ਨਾ, ਤੇ ਹਿੰਮਤ ਨਹੀਂ ਸੀ ਇਸ ਤਰੀਕੇ ਦੇ ਨਾਲ ਔਰੰਗਜ਼ੇਬ ਜਿਹੜਾ ਸੀ ਉਹ ਕੁਝ ਕਰ ਸਕੇ। ਔਰੰਗਜ਼ੇਬ ਹਾਲਾਂਕਿ ਬਹੁਤ ਜ਼ਾਲਮ ਇਨਸਾਨ ਸੀ। ਔਰੰਗਜ਼ੇਬ ਦੀ ਮੈਂ ਇੱਕ ਛੋਟੀ ਜੀ ਗੱਲ ਦੱਸਾਂ, ਹਾਸੇ ਵਾਲੀ ਵੀ ਹੈ ਤੇ ਸੋਚ ਆਉਂਦੀ ਹੈ ਵੀ ਬੱਚਾ ਇੱਕ ਜਦੋਂ ਔਰੰਗਜ਼ੇਬ ਛੋਟਾ ਜਿਹਾ ਸੀ ਉਹਦੀ ਸੋਚ ਕਿੱਦਾਂ ਦੀ ਸੀ। ਕਹਿੰਦੇ ਨੇ
औरंगजेब का पिता शाहजहां एक उसने कैदखाना बनाया सी, बड़ी सोहनी थां बनाई सी, बहुत वड्डी, उनका उद्घाटन भी करना सी। बाहरों दी वड्डे वड्डे लोग बुलाए गए तहखाने हेठ, उत्थे लंगर पार्टी वगैरह जो उस वेले का होएगा खान पान वो चल रहा सी। सारे लोग उत्थे इकट्ठे सन। औरंगजेब बाहर घूम रहा सी, छोटा जिहा बच्चा सी। उत्थों दी काजी लंघिया तो बच्चे नूं कहंदा है, औरंगजेब नूं कहंदा इत्थे की करदा है? वो कहने लगा बस कुछ नहीं। कहने लगे भी थले पार्टी चल रही है, लोग रोटी खा रहे ने, इन्ना वड्डा प्रोग्राम है, तू बाहर घूम रहा है, सारा परिवार तेरा थले है। औरंगजेब ने पता है की गल कही सी? कहने लगे काजी साहब जे थले कोई बंब रख दे सारे ही मर जान तो कोई ना कोई बंदा तो चाहिए है ना जिहड़ा राज नूं संभाल सके, इस करके मैं बाहर घूम रहा, मैं थले नहीं जा रहा। काजी ने जाके उस वेले कह दिता, जाके शाहजहां नूं कहन लगे भी अपने बेटे तू बच के रही। ये औरंगजेब ऐसा इंसान है कि आने वाले समय में बहुत वड्डा नुकसान तुहाडा भी कर सकता है, तुहाडी कौम का भी कर सकता है, देश का भी कर सकता है। इस करके वो पापी सी। डल्ला कहन लगा सतगुरु जी मैं तुहाडे नाल हुंदा ते तुहाडा बाल वाका नहीं सी होना। सतगुरु कहंदे ने कोई नहीं, समा आएगा तो जवाब देंगे। एक सिख आया बंदूक लैके ते आके कहन लगा सतगुरु जी गोली परखनी है, इहदे निशाना परखो, ये बंदूक बहुत सोहनी है, हुण तक दी बंदूकां दे विच सब तो वधिया बंदूक मैनूं लगी है, मैं तुहाडे चरनां विच अर्पण कीती है। सतगुरु कहंदे ने हुणे निशाना परख लैने आ भाई। डल्ले नूं बुलाया, डलिया सेवक लैके आ कोई अपना। कहन लगे सतगुरु जी काम सी कोई? गुरु साहब कहन लगे निशाना परखना है। वो कहन लगे ठीक है हुणे लैके आया। उन्हें जाके एक सैनिक नूं कहा, दूजे नूं कहा, वो कहन लगे मरन वास्ते असीं थोड़ा तनख्वाह लैने आ तेरे कोलों। भी ठीक है दुश्मन नाल लड़ना पे उत्थे मर गए तो मर गए, वो अलग चीज़ है, एवें जाके मरन लई तैयार हो जाइए, ये किहड़ी कहानी हुई? इस तरह नहीं जाना आपां। जदों उन्होंने फिर कहा गया कोई भी ना आया। सतगुरु कहंदे ने भी जाके सिखां दे खेमे विच एक आवाज़ मार दे ते जाके कह दी भी गुरु साहब जी ने बंदूक का निशाना परखना है, कोई ना कोई सिख आए। कहंदे ने लो जी हुणे। जदों सिखां नूं आवाज़ मारी, दो सिख सन दस्तार सजाउंदे सन, दोनों ही दौड़ते हुए आ गए। जवान सी एक पहला आ गया, कहने लगा सतगुरु जी मेरी छाती तैयार है, निशाना परखो। गुरु साहब जी अजे बंदूक हथ विच लैके सीधी करन लगे सी। एक बजुर्ग भी आ गया, कहने लगा सतगुरु जी ये गोली मेरे ते परखी जाए, निशाना मेरे ते परखिया जाए। उस सिख कहन लगा जिहड़ा जवान सी, कहन लगा महाराज आया तो पहले मैं आऊँ। ते बुजुर्ग कहन लगा सतगुरु जी बेशक आए पहले ने, पर हुक्म मैं सुनिया सी, मैं बुजुर्ग हाँ, मेरे को इन्नी तेज दौड़िया नहीं गया, इस करके हक मेरा बनता है। बुजुर्ग अगे खड़ा हो गया, नौजवान उससे अगे खड़ा हो गया, बुजुर्ग फिर अगे खड़ा होया। नौजवान कहता नहीं सतगुरु जी मैं आना, फिर अगे खड़ा हो गया। तो गुरु साहब कह लगे जिथे खड़े उत्थे ही रहो, मैं बंदूक इस ढंग दे नाल इहदी निशाना परखांगा कि तुहाडे दोनों की छाती विचों लंघ जाएगी। तो गुरु साहब जी ने घोड़े दी नाल दबाई है, घोड़ा जिवें ही दबाया बंदूक का, तो कहंदे ने नाल जिहड़ी उपर नूं खिच दित्ती, गोली तो नहीं किसी नूं वजी, पर डल्ले नूं यह गल समझा दी भी इन्हां दे विच जिहड़ा प्यार दा रंग चढ़िया है ना, ये रंग इस ढंग दे नाल पक्का होया है। तेरे जिहड़े मित्र सन उते माया दा रंग चढ़िया सी, ए तन माया पाया प्यारे लीतड़ा लब रंगाए। भी माया दी पा चढ़ी है, लोभ दा रंग चढ़िया है, पर जिनके चोले रतड़े प्यारे कन तिना के पास। सतगुरु कहंदे ने जिहड़े प्यार दे नाल रंगे जांदे ने उन्हां दे कोल सच हुंदा है, ते वो गुरु तो अपना सब कुछ कुर्बान करते हैं। तन मन धन सब सौंप गुरु को हुक्म मने पाइए, वो गुरु के अनुसार अपना जीवन बतीत करते हैं। जिथे आपां होले महले का दिहाड़ा मना रहे हैं, उत्थे गुरु साहब गुरु गोबिंद सिंह जी महाराज के बचनों अनुसार जीवन बतीत करिए। कोशिश करया करिए कि अपने बच्चों को सच नाल जोड़िए, कोशिश करया करिए कि उन्होंने गुरु के इतिहास बारे दसिया करिए। नहीं तो साडे बच्चे जिहड़े ने वो साडे तो दूर होंदे जा रहे हैं, गुरु तो दूर होंदे जा रहे हैं। उनका कारण की है? क्योंकि असी सिक्ख्या दे नहीं सके बच्चों नूं। एक विद्वान ने बड़ी सोहनी गल लिखी, कहंदे ने एक बच्चा अपने पिता के पास आउंदा है ते आके कहंदा पिता जी
मैं होस्टल में जिथे पढ़दा हाँ उत्थे सारे जिन्ने भी बच्चे रहिंदे ने वो सारे ही मोने ने, कोई भी उन्हां विच सरदार नहीं है। मैं इकल्ला सरदार हाँ तो मैनू अपने आप विच बहुत होर तरह का महसूस होंदा है। मेरे ते कृपा करो, मैनू इन्नी इजाज़त दे दो मैं केस कटवा सकां। बाप कहंदा पुत कदी तैनू माया की लोड़ पई है, तेरा बैंक खाली होया है? कहंदा नहीं। जदों तू कोई चीज़ मंगी है, गड्डी मंगी है, तैनू कदी ऐसा कहा भी नहीं देनी? वो कहन लगा नहीं। सतगुरु अपने पिता नू कहन लगा नहीं ऐसा नहीं होया कदी। तो पिता जी कहते ने भी सारा कुछ तैनू देईदा है इस करके क्योंकि सारा कुछ मैनू दिता है रब ने, पर ये जिहड़ी सिक्खी है ना मैनू वख गुरु ने दिती है। पुत तैनू ककार गुरु ने वख दिते ने, इहदे विच मैं तेरे नाल कुछ नहीं कर सकदा। हाँ जिहड़ा केसां दा मालक है, गुरु की मोहर, गुरु दे पास जाके इजाजत ले ला। जे गुरु कहंदा है तो भावें केस कटा के आ जी, मैं तैनू नहीं कुछ कहंदा। कहन लगा जी मैनू कित्थे जाना चाहिए है? उन्हें कहा जी तू दरबार साहब जा, उत्थे जाके मत्था टेक, अजायब घर दे दर्शन कर, ते जदों तेरा जी करे भावें केस कटा के आ जी। कहंदा गल ही कोई नहीं, गल ही कोई नहीं पिता जी। ते गया दरबार साहब, उत्थे जाके जदों अजायब घर विच पहुँचिया, उत्थे देखदा है भी एक सिख जिंदे सिर ते आरा रखिया है, खून दे फुआरे चल रहे ने। उस दी फोटो देख के सेवादार नूं कहंदा भी ये की है? कहन लगे वो गुरु के सिख ने जिन्हां ने गुरु वालों मुख ते नहीं सी मोड़िया, अपने सिर ते आरा रख के दो टुकड़े करवा लए सन। जिवें बाबा कबीर जी कहंदे ने करवत भला न करवट तेरी, लाग गले सुन बिनती मेरी, हों वारी मुख फेर प्यारे, करवट दे मुको काए को मारे, जो तन चीरै अंग न मोरों, पिंड परै तो प्रीत न तोरों, हम तुम बीच पयो नहीं कोई, तुम्हें सुकंत नार हम सोई। कहन लगे ऐ प्रभु परमात्मा जी मेरे ते कृपा करो, मेरे शरीर ते आरा रख के दो टोटे ते कर दिते जान। कबीर जी कहते ने पर मैं तुहाडी पिठ बर्दाश्त नहीं कर सकता। जदों सेवादार ने बच्चे नूं दस्सिया भी ये वो गुरु के सिख ने भाई मती दास जी जिन्हां ने सिर ते आरा रख के दो टोटे ते करा लै, पर गुरु वालों मुख नहीं सी मोड़िया। एक पासे देखिया भाई सती दास जी जिन्हों रूम में साड़िया जा रहा सी, एक भाई दयाला जी देग विच उबाले जा रहे सन, पर उन्हां तों गुरु